प्यारे बच्चों, ਅੱਜ ਅਸੀਂ ਤੀਸਰੀ ਜਮਾਤ ਦੀ ਇੰਗਲਿਸ਼ ਦੀ ਟੈਕਸਟ ਬੁੱਕ ਦੇ ਵਿੱਚੋਂ ਲੈਸਨ ਨੰਬਰ 3 ਪੜ੍ਹਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਟਰੀਜ਼ ਯਾਨੀ ਕਿ ਦਰਖਤ। ਇਹ ਲੈਸਨ ਬੱਚਿਓ ਇੱਕ ਪੋਇਮ ਹੈ ਜਿਹੜੀ ਕਿ ਸਾਡੇ ਜੀਵਨ ਵਿੱਚ ਦਰਖਤਾਂ ਦੇ ਮਹੱਤਵ ਬਾਰੇ ਦੱਸਦੀ ਹੈ ਕਿ ਦਰਖਤਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ। ਆਓ ਇਸ ਲੈਸਨ ਨੂੰ ਪੜ੍ਹੀਏ ਅਤੇ ਜਾਣੀਏ ਕਿ ਦਰਖਤਾਂ ਤੋਂ ਸਾਨੂੰ ਕੀ ਕੁਝ ਮਿਲਦਾ ਹੈ। ਇੱਥੇ ਲਿਖਿਆ ਹੈ ਓਬਜੈਕਟਿਵ ਯਾਨੀ ਕਿ ਉਦੇਸ਼। ਇਸ ਲੈਸਨ ਨੂੰ ਪੜ੍ਹਨ ਦੇ ਕੀ ਉਦੇਸ਼ ਹਨ? To enable the students to enjoy the poem and to make them aware of the importance of trees। enable ਦਾ ਮਤਲਬ ਹੁੰਦਾ ਹੈ ਯੋਗ ਬਣਾਉਣਾ, ਇੰਜੋਏ ਦਾ ਮਤਲਬ ਆਨੰਦ ਉਠਾਉਣਾ, ਅਵੇਅਰ ਦਾ ਮਤਲਬ ਜਾਗਰੂਕ ਕਰਨਾ, ਇੰਪੋਰਟੈਂਸ ਦਾ ਮਤਲਬ ਮਹੱਤਵ। ਤਾਂ ਬੱਚਿਓ, ਇਸ ਲੈਸਨ ਨੂੰ ਪੜ੍ਹਨ ਦਾ ਉਦੇਸ਼ ਹੈ ਕਿ ਵਿਦਿਆਰਥੀਆਂ ਨੂੰ ਇਸ ਯੋਗ ਬਣਾ ਦੇਣਾ ਕਿ ਉਹ ਪੋਇਮ ਦਾ ਆਨੰਦ ਉਠਾ ਸਕਣ ਅਤੇ ਉਹਨਾਂ ਨੂੰ ਦਰਖਤਾਂ ਦੇ ਮਹੱਤਵ ਦੇ ਬਾਰੇ ਵਿੱਚ ਜਾਗਰੂਕ ਕਰਨਾ। ਆਓ ਹੁਣ ਅੱਗੇ ਚੱਲਦੇ ਹਾਂ। ਇੱਥੇ ਹਨ ਨਿਊ ਵਰਡਸ। ਇਸ ਲੈਸਨ ਵਿੱਚ ਕੁਝ ਨਵੇਂ ਸ਼ਬਦ ਹਨ, ਆਓ ਇਹਨਾਂ ਨੂੰ ਸਮਝਦੇ ਹਾਂ। ਪਹਿਲਾ ਵਰਡ ਹੈ HARM, ਹਾਰਮ। ਹਾਰਮ ਦਾ ਮਤਲਬ ਨੁਕਸਾਨ ਪਹੁੰਚਾਉਣਾ। ਇੱਥੇ ਆਰ ਸਾਇਲੈਂਟ ਹੈ ਬੱਚਿਓ। ਇਸ ਸ਼ਬਦ ਨੂੰ ਅਸੀਂ ਹਾਰਮ ਨਹੀਂ ਬੋਲਣਾ, ਇਸ ਨੂੰ ਅਸੀਂ ਬੋਲਣਾ ਹੈ ਹਾਰਮ। ਹਾਰਮ ਦਾ ਮਤਲਬ ਨੁਕਸਾਨ ਪਹੁੰਚਾਉਣਾ। ਅਗਲਾ ਵਰਡ ਹੈ GATHER, ਗੈਦਰ। ਗੈਦਰ ਦਾ ਮਤਲਬ ਇਕੱਠੇ ਕਰਨਾ। ਇਸ ਤੋਂ ਅਗਲਾ ਵਰਡ ਹੈ MORNING, ਮੋਰਨਿੰਗ। ਮੋਰਨਿੰਗ ਦਾ ਮਤਲਬ ਸਵੇਰ। ਇਸ ਤੋਂ ਅਗਲਾ ਵਰਡ ਹੈ GROW, ਗਰੋ। ਗਰੋ ਦਾ ਮਤਲਬ ਵਧਣਾ। ਇਸ ਤੋਂ ਅਗਲਾ ਵਰਡ ਹੈ ਬੱਚਿਓ BOUGHS, ਬਾਉਜ਼। ਬਾਉਜ਼ ਦਾ ਮਤਲਬ ਦਰਖਤ ਦੀਆਂ ਮੋਟੀਆਂ ਟਾਹਣੀਆਂ। ਇਸ ਤੋਂ ਅਗਲਾ ਵਰਡ ਹੈ EVENING, ਈਵਨਿੰਗ। ਈਵਨਿੰਗ ਦਾ ਮਤਲਬ ਸ਼ਾਮ। ਇਸ ਤੋਂ ਅਗਲਾ ਵਰਡ SPREAD, ਸਪਰੈਡ। ਸਪਰੈਡ ਦਾ ਮਤਲਬ ਵਿਛਾਉਣਾ ਜਾਂ ਫੈਲਾਉਣਾ। ਇਸ ਤੋਂ ਅਗਲਾ ਵਰਡ WORDS, ਵਰਡਸ। ਵਰਡਸ ਦਾ ਮਤਲਬ ਸ਼ਬਦ। ਇਸ ਤੋਂ ਅਗਲਾ ਵਰਡ HOLD, ਹੋਲਡ। ਹੋਲਡ ਦਾ ਮਤਲਬ ਫੜਨਾ। ਇਸ ਤੋਂ ਅਗਲਾ ਵਰਡ SHADE, ਸ਼ੇਡ। ਸ਼ੇਡ ਦਾ ਮਤਲਬ ਛਾਂ। ਇਸ ਤੋਂ ਅਗਲਾ ਵਰਡ BEAMS, ਬੀਮਸ। ਬੀਮਸ ਦਾ ਮਤਲਬ ਕਿਰਨਾਂ। ਇਸ ਤੋਂ ਅਗਲਾ ਵਰਡ TOUCH, ਟੱਚ। ਟੱਚ ਦਾ ਮਤਲਬ ਛੂਹਣਾ। ਇੱਥੇ ਬੱਚੇ ਇੱਕ ਤਸਵੀਰ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਉੱਪਰ ਅਸਮਾਨ ਦੇ ਵਿੱਚ ਸੂਰਜ ਚੜ੍ਹਿਆ ਹੋਇਆ ਹੈ। ਇੱਥੇ ਕੁਝ ਦਰਖਤ ਵੀ ਦਿਖਾਈ ਦੇ ਰਹੇ ਹਨ। ਇੱਕ ਵੱਡੇ ਸਾਰੇ ਦਰਖਤ ਦੇ ਹੇਠਾਂ ਇੱਕ ਗਾਂ ਸੁੱਤੀ ਪਈ ਹੈ। ਇਸ ਤੋਂ ਇਲਾਵਾ ਦਰਖਤ ਦੀਆਂ ਟਾਹਣੀਆਂ ਦੇ ਉੱਪਰ ਪੰਛੀ ਬੈਠੇ ਹੋਏ ਹਨ। ਆਓ ਹੁਣ ਅੱਗੇ ਇਸ ਲੈਸਨ ਨੂੰ ਪੜ੍ਹਦੇ ਹਾਂ ਕਿ ਇਹਨਾਂ ਚੀਜ਼ਾਂ ਬਾਰੇ ਲੈਸਨ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ। ਇਹ ਹੈ ਬੱਚੋ ਪੋਇਮ। ਆਓ ਇਸ ਨੂੰ ਗਾ ਕੇ ਪੜ੍ਹਦੇ ਹਾਂ ਅਤੇ ਇਸ ਨੂੰ ਇੰਜੋਏ ਕਰਦੇ ਹਾਂ। Trees are the kindest things I know. They do not harm, they simply grow. Trees are the kindest things I know.
They do not harm, they simply grow. They spread the shade for sleepy cows. They gather birds among their boughs. They spread the shade for sleepy cows. They gather birds among their boughs. They are first when the days begun to touch the beams of morning sun. They are first when the days begun to touch the beams of morning sun. They are last to hold the light when evening changes into night. They are last to hold the light when evening changes into night. Trees are the kindest things I know. They do not harm, they simply grow. They spread the shade for sleepy cows. They gather birds among their boughs. They are first when the days begun to touch the beams of morning sun. They are last to hold the light when evening changes into night. ਤਾਂ ਇਸ ਤਰ੍ਹਾਂ ਬੱਚਿਓ ਅਸੀਂ ਇਸ ਪੋਇਮ ਨੂੰ ਗਾ ਕੇ ਯਾਦ ਕਰ ਸਕਦੇ ਹਾਂ। ਇੱਥੇ ਇਸ ਪੋਇਮ ਨੂੰ ਲਿਖਣ ਵਾਲੇ ਰਾਈਟਰ ਦਾ ਨਾਮ ਲਿਖਿਆ ਹੈ ਹੈਰੀ ਬੇਨ, ਜਿਸ ਨੇ ਕਿ ਇਸ ਪੋਇਮ ਨੂੰ ਲਿਖਿਆ ਹੈ। ਆਓ ਹੁਣ ਇਸ ਪੋਇਮ ਦੇ ਅਰਥਾਂ ਨੂੰ ਸਮਝਦੇ ਹਾਂ ਕਿ ਇਸ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ। Trees are the kindest things I know. They do not harm, they simply grow. ਕਾਈਂਡੈਸਟ ਦਾ ਮਤਲਬ ਹੁੰਦਾ ਹੈ ਬੱਚਿਓ ਬਹੁਤ ਜ਼ਿਆਦਾ ਦਿਆਲੂ। ਥਿੰਗਸ ਦਾ ਮਤਲਬ ਚੀਜ਼ਾਂ, ਨੋ ਦਾ ਮਤਲਬ ਜਾਣਨਾ। ਟਰੀਜ਼ ਆਰ ਦਾ ਕਾਈਂਡੈਸਟ ਥਿੰਗਸ ਆਈ ਨੋ, ਜਿਹੜੀਆਂ ਚੀਜ਼ਾਂ ਨੂੰ ਮੈਂ ਜਾਣਦਾ ਹਾਂ ਉਹਨਾਂ ਦੇ ਵਿੱਚੋਂ ਦਰੱਖਤ ਸਭ ਤੋਂ ਜ਼ਿਆਦਾ ਦਿਆਲੂ ਹਨ। ਦੇ ਡੂ ਨਾਟ ਹਾਰਮ, ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਹਾਰਮ ਦਾ ਮਤਲਬ ਹੁੰਦਾ ਹੈ ਨੁਕਸਾਨ ਪਹੁੰਚਾਉਣਾ। ਸਿੰਪਲੀ ਦਾ ਮਤਲਬ ਹੁੰਦਾ ਹੈ ਸਿਰਫ ਜਾਂ ਕੇਵਲ। ਇਸ ਤੋਂ ਅਗਲਾ ਵਰਡ ਹੈ ਗਰੋ ਦਾ ਮਤਲਬ ਹੁੰਦਾ ਹੈ ਵਧਣਾ। ਦੇ ਡੂ ਨਾਟ ਹਾਰਮ, ਦੇ ਸਿੰਪਲੀ ਗਰੋ, ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਉਹ ਤਾਂ ਕੇਵਲ ਵੱਧਦੇ ਹਨ। ਦੇ ਸਪਰੈਡ ਸ਼ੇਡ ਫॉर ਸਲੀਪੀ ਕਾਊਜ਼, ਸਪਰੈਡ ਦਾ ਮਤਲਬ ਹੁੰਦਾ ਹੈ ਫੈਲਾਉਣਾ, ਸ਼ੇਡ ਦਾ ਮਤਲਬ ਛਾਂ, ਸਲੀਪੀ ਕਾਊਜ਼ ਸੁੱਤੀਆਂ ਹੋਈਆਂ ਗਾਵਾਂ। ਉਹ ਸੁੱਤੀਆਂ ਹੋਈਆਂ ਗਾਵਾਂ ਦੇ ਵਾਸਤੇ ਛਾਂ ਫੈਲਾਉਂਦੇ ਹਨ। ਦੇ ਗੈਦਰ ਬਰਡਸ ਅਮੰਗ ਦੇਅਰ ਬਾਊਜ਼, ਗੈਦਰ ਹੁੰਦਾ ਇਕੱਠਾ ਕਰਨਾ, ਅਮੰਗ ਦਾ ਮਤਲਬ ਵਿਚਕਾਰ, ਬਾਊਜ਼ ਦਾ ਮਤਲਬ ਦਰੱਖਤਾਂ ਦੀਆਂ ਮੋਟੀਆਂ ਟਾਹਣੀਆਂ। ਦੇ ਗੈਦਰ ਬਰਡਸ ਅਮੰਗ ਦੇਅਰ ਬਾਊਜ਼, ਉਹ ਆਪਣੀਆਂ ਟਾਹਣੀਆਂ ਦੇ ਵਿਚਕਾਰ ਪੰਛੀ ਇਕੱਠੇ ਕਰਦੇ ਹਨ। ਇਸ ਤੋਂ ਅੱਗੇ ਇੱਥੇ ਲਿਖਿਆ ਹੈ ਬਾਊਜ਼ ਸਟਰੋਂਗ ਬ੍ਰਾਂਚਿਸ ਆਫ ਟਰੀ, ਇਸੇ ਵਰਡ ਦਾ ਇੱਥੇ ਮੀਨਿੰਗ ਲਿਖਿਆ ਹੈ ਬਾਊਜ਼ ਦਰੱਖਤ ਦੀਆਂ ਮੋਟੀਆਂ ਟਾਹਣੀਆਂ। ਆਓ ਹੁਣ ਅੱਗੇ ਚੱਲਦੇ ਹਾਂ। ਦੇ ਆਰ ਫਸਟ ਵੈਨ ਦਾ ਡੇਜ਼ ਬਿਗਨ, ਫਸਟ ਹੁੰਦਾ ਪਹਿਲਾ, ਬਿਗਨ ਦਾ ਮਤਲਬ ਸ਼ੁਰੂ ਕੀਤਾ। ਇਹ ਵਰਬ ਦੀ ਥਰਡ ਫਾਰਮ ਹੈ ਬੱਚਿਓ।
ਇਸ ਤੋਂ ਪਹਿਲੀਆਂ ਫਾਰਮਾਂ ਵੀ ਹਨ ਬਿਗਿਨ, ਬਿਗੇਨ ਅਤੇ ਤੀਜੀ ਫਾਰਮ ਬਿਗਨ। ਬਿਗਿਨ ਦਾ ਮਤਲਬ ਸ਼ੁਰੂ ਕਰਨਾ ਅਤੇ ਇਹ ਤੀਸਰੀ ਫਾਰਮ ਹੈ ਬਿਗਨ, ਇਸ ਦਾ ਮਤਲਬ ਸ਼ੁਰੂ ਕੀਤਾ। ਦੇ ਆਰ ਫਸਟ ਵੈਨ ਦਾ ਡੇਜ਼ ਬਿਗਨ, ਉਹ ਸਭ ਤੋਂ ਪਹਿਲੇ ਹਨ ਜਦੋਂ ਦਿਨ ਸ਼ੁਰੂ ਹੋਇਆ। ਟੂ ਟੱਚ ਦਾ ਬੀਮਸ ਆਫ ਮਾਰਨਿੰਗ ਸਨ, ਟੱਚ ਹੁੰਦਾ ਛੂਹਣਾ, ਬੀਮਸ ਹੁੰਦੀਆਂ ਕਿਰਨਾਂ। ਟੂ ਟੱਚ ਦਾ ਬੀਮਸ ਆਫ ਮਾਰਨਿੰਗ ਸਨ, ਇਸ ਦਾ ਮਤਲਬ ਹੈ ਜਦੋਂ ਦਿਨ ਸ਼ੁਰੂ ਹੋਇਆ ਤਾਂ ਉਹ ਸਭ ਤੋਂ ਪਹਿਲੇ ਹਨ ਜਿਨ੍ਹਾਂ ਨੇ ਸਵੇਰ ਦੇ ਸੂਰਜ ਦੀਆਂ ਕਿਰਨਾਂ ਨੂੰ ਛੂਹਿਆ। ਅੱਗੇ ਹੈ ਦੇ ਆਰ ਲਾਸਟ ਟੂ ਹੋਲਡ ਦਾ ਲਾਈਟ, ਉਹ ਸਭ ਤੋਂ ਅਖੀਰ 'ਤੇ ਹੁੰਦੇ ਹਨ ਜਿਹੜੇ ਕਿ ਰੋਸ਼ਨੀ ਨੂੰ ਫੜ ਕੇ ਰੱਖਦੇ ਹਨ, ਯਾਨੀ ਕਿ ਸਭ ਤੋਂ ਅਖੀਰ ਤੱਕ ਰੋਸ਼ਨੀ ਦਰੱਖਤਾਂ ਦੇ ਉੱਪਰ ਪੈਂਦੀ ਹੈ। ਵੈਨ ਈਵਨਿੰਗ ਚੇਂਜਿਸ ਇਨਟੂ ਨਾਈਟ, ਜਦੋਂ ਸ਼ਾਮ ਰਾਤ ਦੇ ਵਿੱਚ ਬਦਲ ਰਹੀ ਹੁੰਦੀ ਹੈ। ਚੇਂਜਿਸ ਦਾ ਮਤਲਬ ਬਦਲਣਾ, ਨਾਈਟ ਦਾ ਮਤਲਬ ਰਾਤ। ਇਸ ਦਾ ਮਤਲਬ ਹੈ ਕਿ ਦਰੱਖਤ ਸਭ ਤੋਂ ਅਖੀਰਲੇ ਹੁੰਦੇ ਹਨ ਜਿਨ੍ਹਾਂ ਦੇ ਉੱਪਰ ਰੋਸ਼ਨੀ ਪੈਂਦੀ ਹੈ ਜਦੋਂ ਕਿ ਸ਼ਾਮ ਤੋਂ ਰਾਤ ਹੋ ਰਹੀ ਹੁੰਦੀ ਹੈ। ਤਾਂ ਇਸ ਦੇ ਨਾਲ ਹੀ ਬੱਚਿਓ ਅੱਜ ਦੇ ਇਸ ਲੈਸਨ ਨੂੰ ਇੱਥੇ ਖ਼ਤਮ ਕਰਦੇ ਹਾਂ। ਉਮੀਦ ਹੈ ਤੁਹਾਨੂੰ ਇਹ ਪੋਇਮ ਅਤੇ ਇਸ ਦੇ ਵਰਡ ਮੀਨਿੰਗ ਸਮਝ ਆ ਗਏ ਹੋਣਗੇ। ਤੁਸੀਂ ਇਸ ਪੋਇਮ ਨੂੰ ਗਾ ਕੇ ਯਾਦ ਕਰੋ ਅਤੇ ਇਸ ਨੂੰ ਆਪਣੀ ਕਾਪੀ ਦੇ ਉੱਪਰ ਲਿਖੋ। ਧੰਨਵਾਦ ਬੱਚਿਓ।